ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹਉ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਵਤ ਸੁਆਲਿਓ। ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ। ਜੋ ਕਿਛ ਕਰਨਾ ਸੋ ਕਰ ਰਹਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਆਸਾ ਕੀ ਵਾਰ ਦੀ ਪਾਵਨ ਵਿਚਾਰ। ਕੱਲ 12ਵੀਂ ਪੌੜੀ ਦੇ ਨਾਲ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਹਿਲਾ ਸ਼ਲੋਕ ਹੈ, ਉਹਦੀ ਵਿਚਾਰ ਆਪਾਂ ਆਰੰਭ ਕੀਤੀ ਸੀ। ਕੱਲ ਪਹਿਲੀ ਪੰਕਤੀ ਦੀ ਜਿਹੜੀ ਹੈ ਉਹ ਕੁਝ ਸ਼ਬਦਾਂ ਦੀ ਕੇਵਲ ਤੇ ਕੇਵਲ ਵਿਚਾਰ ਹੋਈ ਸੀ। ਉਹਦਾ ਇੱਕ ਕਾਰਨ ਹੈ, ਜਿਸ ਦਿਨ ਆਸਾ ਦੀ ਵਾਰ ਆਰੰਭ ਕੀਤੀ ਸੀ ਨਾ, ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ ਕਿ ਗੁਰਮੁਖੋ, ਆਸਾ ਦੀ ਵਾਰ ਦੇ ਵਿੱਚ ਬਹੁਤ ਖਜ਼ਾਨਾ ਹੈ। ਜੇ ਅਸੀਂ ਕੇਵਲ ਤੇ ਕੇਵਲ ਇਹ ਰੋਜ਼ ਗੁਰੂ ਘਰਾਂ 'ਚ ਪੜ੍ਹੀ ਜਾਂਦੀ ਹੈ, ਪੜ੍ਹਨ ਤੱਕ ਸੀਮਤ ਰਹਿ ਗਏ, ਸੋਝੀ ਨਾ ਪਈ, ਤੇ ਸਾਡਾ ਉਸ ਮਨੁੱਖ ਵਾਲਾ ਹਾਲ ਹੋ ਜਾਏਗਾ ਕਿ ਪਿਤਾ ਤੇ ਜਿਹੜਾ ਸੀ ਬਾਦਸ਼ਾਹ ਸੀ, ਪਰ ਸਾਨੂੰ ਆਪਣੇ ਜਿਹੜਾ ਰਾਜਕੁਮਾਰ ਨਾ ਹੋਣ ਦਾ ਪਤਾ ਹੋਣ ਕਰਕੇ ਮੈਨੂੰ ਬੱਚਾ ਜਿਹੜਾ ਭਿਖਾਰੀ ਬਣ ਕੇ ਫਿਰਦਾ ਰਿਹਾ। ਸੋ ਇਸ ਕਰਕੇ ਜਿਹੜੀ ਆਸਾ ਦੀ ਵਾਰ ਦੀ ਵਿਚਾਰ ਹੈ, ਕਈ ਵਾਰੀ ਪ੍ਰਤੀਤ ਹੋਵੇਗਾ ਕਿ ਬੜੀ ਹੌਲੀ ਹੌਲੀ ਚੱਲ ਰਹੀ ਹੈ, ਪਰ ਇਹਦੇ ਵਿੱਚ ਸਤਿਗੁਰਾਂ ਦੇ ਅੰਮ੍ਰਿਤ ਬਚਨ ਇਹ ਇੰਨਾ ਕੁ ਜ਼ਿਆਦਾ ਸਮਾਂ ਮੰਗਦੇ ਨੇ ਕਿ ਸਾਡੇ ਕੋਲ ਪੂਰਾ ਸਮਾਂ ਨਹੀਂ ਹੁੰਦਾ। ਹਜੇ ਵੀ ਮੈਂ ਬਹੁਤ ਤੇਜ਼ੀ ਦੇ ਨਾਲ ਕਰ ਰਿਹਾ। ਸੋ ਇਹ ਕੋਈ ਮੇਰੀ ਵਿਦਵਤਾ ਨਹੀਂ, ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਉਹਨਾਂ ਦੀ ਅਗਾਧ ਬੋਧ ਬਾਣੀ ਇੰਨੀ ਕੁ ਜ਼ਿਆਦਾ ਡੂੰਘਾਈ ਦੇ ਨਾਲ ਹੈ ਕਿ ਅਧੂਰੇ ਕਦੀ ਪੂਰੀਆਂ ਦੀ ਗੱਲ ਨਹੀਂ ਕਰ ਸਕਦੇ। ਜਿਹੜਾ ਆਪਾਂ ਕੱਲ ਸ਼ਬਦ ਵਾਚਿਆ ਸੀ, ਇਹ 12ਵੀਂ ਪੌੜੀ ਦੇ ਨਾਲ 5 ਸ਼ਲੋਕ ਨੇ। ਪਹਿਲਾ ਸ਼ਲੋਕ ਕੱਲ ਵਾਚ ਰਹੇ ਸਾਂ ਕਿ ਦੁੱਖ ਦਾਰੂ ਸੁਖ ਰੋਗ ਭਇਆ। ਇਸੇ ਲੜੀ ਨੂੰ ਮੈਂ ਅੱਗੇ ਤੋਰਨਾ ਹੈ। ਇਹ ਪ੍ਰਥਮ ਸ਼ਲੋਕ ਹੈ ਗੁਰੂ ਨਾਨਕ ਸਾਹਿਬ ਜੀ ਦਾ, ਸ਼ਲੋਕ ਮਹੱਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਕੱਲ ਵਿਚਾਰ ਆਪਾਂ 4 ਸ਼ਬਦਾਂ ਦੀ ਕੀਤੀ ਸੀ, 5 ਦੀ ਕੇਵਲ ਤੇ ਕੇਵਲ ਕਿ ਦੁੱਖ ਦਾਰੂ ਸੁਖ ਰੋਗ ਭਇਆ। ਤੇ ਮੈਂ ਕੱਲ ਇੱਕ ਬੇਨਤੀ ਕੀਤੀ ਸੀ, ਦੁੱਖ ਉਦੋਂ ਦਵਾਈ ਬਣਦੇ ਨੇ ਜਦੋਂ ਸੁੱਖ ਸਾਡੇ ਰੋਗ ਬਣ ਜਾਣ। ਮਨੁੱਖ ਇੰਨਾ ਕੁ ਜ਼ਿਆਦਾ ਸੁੱਖਾਂ ਦੇ ਵਿੱਚ ਖਚਿਤ ਹੋ ਜਾਂਦਾ ਹੈ, ਉਹਨਾਂ ਸੁੱਖਾਂ ਤੋਂ ਫਿਰ ਜਿਹੜੇ ਹੌਲੀ ਹੌਲੀ ਦੁੱਖ ਪੈਦਾ ਹੁੰਦੇ ਨੇ। ਤੇ ਮੈਂ ਕੱਲ ਵੀ ਇੱਕ ਬੇਨਤੀ ਕੀਤੀ ਸੀ, ਇੱਥੇ ਸਤਿਗੁਰੂ ਜੀ ਅੱਜ ਅੱਗੇ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਜਾ ਸੁਖ ਤਾਮ ਨਾ ਹੋਈ। ਤਾਮ ਦਾ ਅਰਥ ਤਮਾ ਨਹੀਂ, ਤਾਮ ਦਾ ਅਰਥ ਹੈ ਤਦੋਂ। ਕਹਿੰਦੇ ਜਦੋਂ ਅਸਲੀ ਸੁੱਖ ਹਿਰਦੇ ਦੇ ਵਿੱਚ ਰੂਹਾਨੀਅਤ ਦਾ ਆਣ ਕੇ ਵਸ ਗਿਆ ਨਾ, ਉਦੋਂ ਦੁਨਿਆਵੀ ਦੁੱਖ ਨੂੰ ਕੋਈ ਥਾਂ ਨਹੀਂ ਰਹਿ ਜਾਂਦੀ। ਮੈਂ ਅੱਜ ਇਹਦੇ ਪਰਥਾਏ ਬੇਨਤੀ ਕਰਨੀ ਹੈ,
मैं कल भी एक गल कही सी, याद रखियो, दो हालातां दे विच मनुख रब नहीं चेता कर सकदा। एक बहुत ज़्यादा सुख होवे ते एक बहुत ज़्यादा दुख होवे। मनुख दे कोल खुशी इन्नी क ज़्यादा आ गई, एकदम कोई फोन आया, कोई काम इहो जिहा बन गया, बड़ा खुश है, हुण चाहुंदा है वो खुशी मैं अपने प्यारे दे नाल सांझी करां। जिन्ना चिर वो खुशी किसी अपने नज़दीकी मोह वाल प्यार वाले नाल सांझी नहीं ना करदा, याद रखियो सुख इन्ना क मिल गया, खुशी इन्नी मिल गई, रात नूं नींद नहीं आ रही। हुण रात नूं बहुत ज़्यादा खुशी होवे ना, रात नूं तुसीं लोग सौंदे नहीं वेखे होवगे, विआहां दे विच लोग 2-2 3-3 वजे तक नचदे टप्पदे रह जांदे ने, उन्हां चिर नूं लो लग जांदी है, लोग सौ जांदे ने। खुशी दे विच भी रात नींद नहीं आउंदी। कुदरत का कोई भाना इहो जिहा वापर गया, दुख आ गया, जिहड़ी खुशी लैके चीज़ आई ना, उन्हें दुख लैके मगर मगर आउणा ही है। जे धुप है तो छां नाल ही होवेगी, जे दिन है तो रात भी जरूर आवेगी। हुण दुख आ गया, ये इन्ना क ज़्यादा दुख हो गया, रात हुण तां भी नींद नहीं पैंदी। खुशी दे विच रात नींद तां नहीं सी पैंदी, खुशी दे नाल झूमदा सी, दुख दे विच रात तां नहीं नींद पैंदी। हुण रात सारी हौकियां दे विच निकलदी जा रही है, ना खुश वेले जिहड़ी खुशी वेले नींद पई, ना दुखी वेले नींद पई, फिर तेरी रात आई दा फायदा की होया। मैं सोचदा सा मनुख फिर करदा की है। बहुत ज़्यादा खुश है, रात जागदिआं लंघ जांदी है, बहुत ज़्यादा दुखी है, रात तां भी जागदिआं लंघ जांदी है। बहुत ज़्यादा सुख है तो इहदा जिहड़ा वो रोम रोम खिड़िया है, तो खिड़े होण दे नाल कहिंदा सारा कुछ मैनूं मिल गया। जदों दुख आया रोम रोम दुखी है, कहिंदा सारा कुछ खत्म हो गया। जदों सुख आया कहिंदा मैं दुनिया तो सब तो खुश किस्मत इंसान हाँ, जदों दुख आया कहिंदा मैं सब तो बद किस्मत इंसान हाँ। जदों सुख आया उदों कहिंदा सी मेरे कोल सारा कुछ आ गया, सारे मेरे ने। अज दुख आया कोई दुख नहीं वंडाउंदा, अखां दे विचों हंझू नहीं पूंजदा, कहिंदा अज कोई मेरा नहीं हैगा, दिल करदा कुछ खा के मर जावां। ये सुख ते दुख इस तरीके दे नाल चलदे ने। ना मनुख सुख दे विच रब नूं चेते करदा है, ना दुख दे विच चेते करदा है। सो इत्थे सतगुरां ने बख्शिश कीती। कल थोड़ा जी गल रिपीट कर देवां, सुख रोग भया। जदों तेरे सुख रोग बन जाणगे, ये रोग कदों बनदे ने मैं बेनती कर देवां, जदों परमात्मा तुहानूं कोई खुशी दिंदा ना, उस खुशी नूं परमात्मा दे नाल जोड़ दिओ। जे रब ने कोई भी दात दित्ती है ना, घर की दात दित्ती है, परिवार की दात है, बच्चे की दात है, कोई भी दात मिलती है, उन खुशी दे नाल उहदा शुक्र करो कि पातशाह तेरा शुक्र है, तू गरीब नवाजी कीती, मैं इन्ने जोगा नहीं सा जिन्नी तू बख्शिश कर दित्ती। जिन्हों गुरु नानक साहब कहते ने गावे को दात जाने निशान, तू ओदियां दातां नूं निशानियां जान के गा। उन्हें तेनों धी दित्ती, पुत दिता, परिवार दिता, कोठी दित्ती, कार दित्ती, रुतबा दिता, इज्जत मान दित्ती। जदों तेनों कोई वडियाई मिल संसार दे विच मिलदी, कोई खुशी मिलदी है ना, उदों बाबे नानक दा जपजी साहब पढ़ के अरदास कर दिया कर, पातशाह ये खुशी हुण तेरी खुशी दे नाल सांझी कर रहा, वेखी किते इनू गम च ना बदल देनी। तो मैं भावना नाल आना, जदों असीं खुशी गुरु दे नाल सांझी करदे हैं ना, ये सुरत इन्नी क मनुख दी परमात्मा तां चुक दिंदा, फिर उहदे दुख दा गम कोई नहीं हुंदा। इहदा भाव ये नहीं कि दुख नहीं आवेगा, दुख आवेगा। मैं अर्ज इहो चीज़ ही अर्ज करनी है, दुख आवेगा पर उस दुख नूं दुख महसूस नहीं करते। जिन्हों गुरु तेग बहादुर साहब कहते हैं, जो नर दुख मैं दुख नहीं मान्या, सुख स्नेह अर भै नहीं जाके कंचन माटी माने। उहदे वास्ते दुख सुख जिहड़ा वो बराबर हो जाता है। वो परमात्मा नूं जो भी वो परमात्मा दिंदा उन्होंने सत करके मन के, जे खुशी मिली उहदा सत्कार करके ते परमात्मा दा शुक्र करदा है। पर मैं बड़ी वारी कहना ना, सानूं खुशी मिलती है, साडियां पार्टियां क्लबां दे विच हुंदियां ने, अजाशखानियां दे विच हुंदियां ने। दुख आउंदा ते असीं गुरु कोल आण के रोने ते कहने पता नहीं मैं किहड़ी गलती कीती सी, भलिया जे दिन चढ़िया सी तू शुक्र करदा, उहदे भाणे दे विच सी। जे शुक्र तेरे अंदर टिक जांदा, तैनूं पता होना चाहिए सी जे सूरज निकले इन्हें लुक जाना है, हुण रात भी आवेगी। जे सुख आउंदा है तो गुरु ग्रंथ साहिब की बाणी कहंदी तू अरदास कर, जे दुख आउंदा है तो बाणी कहंदी तू तां भी अरदास कर। सिख दा अरदास जिहड़ा सब तो वड्डा हौसला है जी। मैं कल भी बचन पढ़िया सी ना, जाको मुश्किल अत बने, अखीर ते बचन है कि चित आवे उस पार ब्रह्म त लगे ना तत्ती वाओ। ये अरदास ये थंम है एक सिक्खी का। जिवें कल रात समाप्ति तो मैं कहा सी ना, हनेर आए जिहड़ा
दुख आवे बच्चे नूं, कोई झिड़के तो बच्चा माँ दियां लत्तां नूं पकड़दा है। सिख ते दुख आवे, सिख ते सुख आवे, गुरु दा शब्द पकड़ लवे। हनेर वगदा होवे ना बड़ा तूफान, तो मनुख किसी थंम दा, किसी रुख दा, किसी गड्डी होई जमीन 'च चीज़ का आसरा लैंदा है। तो याद रखियो, जो साडे तो सुख आउंदा है, जो साडे ते दुख आउंदा, तू गुरु की अरदास का आसरा लै जा। अरदास तेनों किते हिलन नहीं देवेगी। बिरती कदे ना होवे जन की अरदास, ये दोवें पासे काम करदी है। सुख आया अरदास करी, गुरु खुशियां दे विच भी आण के तेरे शामिल होवेगा। दुख आया अरदास करी, गुरु तेरा दुख भी घट करेगा। सो सतगुरु इत्थे बख्शिश करते हैं, कहते तेरे ते सुख आया, तू सुख वेले उन्होंने भुला दिता, वो सुख हुण रोग बन के बैठ गया। जो सुख रोग बनया तो कुदरत का निजम है, कुदरत ने फिर दुख दे दिता, दुख दवाई बन के आ गया। कल मैं 2 साखियां साझियां कीतियां सन, अज अगली पंक्ति अद्धी दे नाल एक साखी साझी करनी है। मैं ये तां साखियां ला रहा केवल कन रस नहीं, कि सानू समझ लग जाए जो गुरु ग्रंथ साहिब की बाणी कहती, उन्होंने प्रैक्टिकल जीवन किवें सानू जिहड़ा सामने लिया के रखदा है। अज शब्द है दुख दारू सुख रोग भया, अगे शब्द है जा सुख ताम ना होई। कहते जदों रूहानीयत का सुख निकलिया ना, इनू फिर समझियो, ये पहला दुनियावी सुख सी, उस दुनियावी सुख तो जिहड़ा है मनुख अजाशी हो गया, बागी हो गया गुरु तो, उहदे तो फिर दुख बन गया। हुण जिस वेले दुख आया, दुख वेले रब नूं याद कीता, जो रब नूं याद किया, इहदी सुरत इन्नी कि परमात्मा दे नाल जुड़ गई। हुण उस दवाई दे विचों जिहड़ी रोगता मिलदी है, असीं दवाई खाने ना बीमार हो के, इनू फिर समझ लईए। एक मनुख तंदुरुस्त है, तुहानूं तंदुरुस्ती महसूस नहीं होवेगी, जो डेली आउंदे जांदे थकावट नॉर्मल है। सुख तो बाद दुख आ गया, तंदुरुस्ती सी, बीमार हो गए, 2-4 दिन बैड ते पै गए, मंजे ते पै गए, हॉस्पिटल दे विच रह गए। उस तो बाद दवाई खाण दे नाल फिर आराम आउंदा है, तंदुरुस्ती आ गई। हुण जिहड़ी वो तंदुरुस्ती आउंदी है, तुसीं कदी महसूस करना मनुख अगे नालों पहला जिहड़ा है, पहले नालों ज़्यादा अपने आप नूं वधिया महसूस करदा है। सतगुरु कहंदे सुख आया सांभिया नहीं गया तेरे को, हुण सुख चों दुख निकलिया। जिस वेले दुख दे विच तूं रब दे अगे फरियाद कीती, उस दुख दे विचों जिहड़ा गांह जाके सुख निकलना है, वो जदों रूहानीयत का सुख आ गया, याद रखी वो इहो जिहा सुख आ जाएगा कि अंदर तेरे नूं इन्ना कुछ खुशी दे विच लै जाएगा, आनंद च लै जाएगा। ताम ना होई फिर तेनों कदी दुख जिहड़े दुनियावी वो पुहणगे नहीं, वो तेनों कदी आण के अंदर नूं छूणगे नहीं। मैं एक 2 उदाहरणां देनियां चाहुंदा। पहली उदाहरण, तुसीं कच्चा नारियल देखो, हुण गर्मी है, लोग नारियल कच्चा पानी पींदे ने, उहदा कच्चे नारियल नूं तोड़न दा यतन करो, उहदे छिलके नाल उहदी गिरी भी टुट जांदी है ते पानी भी साडे हत्थ दे विच नहीं आउंदा, जुड़िया होया है ना, मोह दे नाल जुड़िया है। कच्चा नारियल वो टुटदा नहीं, उन्होंने छिलना पैंदा, कट्टना पैंदा है। नारियल पक्का लाओ, उन्होंने बाहर दे नारियल दे खोल नूं तुसीं सੱਟ मारोगे, अंदर दी गिरी साबत निकल आउंदी है। जदों अंदरों मोह दीयां तंदां टुट गईयां ना, जदों अंदरों मनुख पक जाता है नाम दे बाणी दे नाल, बस पक्के नारियल वाला हिसाब है। बाहरों तो दुख दीयां सट्टां वजदियां ने, पर मनुख अंदरों रब दे नाल जुड़िया होया कदी टुटदा नहीं। इसे चीज़ नूं मैं इतिहास तो अर्ज करनी है। ये गुरु साहब जी अज गुरु नानक साहब कह रहे हैं, जा सुख ताम ना होई। जदों रूहानीयत सुख आया, उदों फिर वो सुख ने दुख नूं महसूस नहीं होण दिता। बाबा बंदा सिंह बहादुर दा जिस वेले आपां जीवन पढ़ते हैं, गुरु कलगीधर पातशाह महाराज जी नंदेड़ की धरती नूं जांदे ने। सतगुरु रस्ते दे विच हजूर साहब जाण तो पहलां माधो दास बैरागी नूं मिलदे ने। मैं केवल ते केवल उन्हां दी शहादत इस चीज़ नूं साझा करना चाहुंदा, जा सुख ताम ना होई। बाबा बंदा सिंह बहादुर माधो दास बैरागी के रूप दे विच मिलदे ने। इन्हें बड़ा जोर लाया जी गुरु गोबिंद सिंह महाराज जी नूं पलंग तो थल्ले सुट्टण दा। सारियां शक्तियां जदों इहदियां खत्म हो गईयां, आखिर दे उत्ते नीवा होके कहन लगा, तुसी कौन जे? गुरु गोबिंद सिंह महाराज जी ने कहा, तू मैनू जानदा है? अंदर नूं पुछ के वेख मैं कौन हाँ? कहन लगा, की तुसी गुरु गोबिंद सिंह हो? कहन लगे हाँ। अगला सवाल सी, कहन लगे सतगुरु कहन लगे, हुण तू दस तू कौन है? चरनी ढट्ठा कहन लगा, मैं कोई नहीं, मैं तुहाडा बंदा हाँ, मैनू अपना बंदा बना लो। उस दिन तो मेरे सतगुरु गुरु कलगीधर ने माधो दास बैरागी नूं बंदा सिंह बहादुर बना दिता। तो इहदा जीवन पता कित्थों निकलिया सी? ये राजपुत्र सी, राज घराणे तो सी। जिस वेले ये जंगल दे विच शिकार करन जांदा है,
ਉਹ ਸ਼ਿਕਾਰ ਕਰਦਾ ਹੋਇਆ ਇੱਕ ਹਿਰਨੀ ਦਾ ਸ਼ਿਕਾਰ ਕਰ ਦਿੰਦਾ। ਉਹ ਗਰਭਵਤੀ ਸੀ, ਉਹਦੇ ਪੇਟ ਦੇ ਵਿੱਚੋਂ ਨਿਕਲ ਕੇ ਬੱਚੇ ਇਹਦੀਆਂ ਅੱਖਾਂ ਸਾਹਮਣੇ ਤੜਫ ਤੜਫ ਕੇ ਮਰ ਜਾਂਦੇ ਨੇ। ਇਹ ਜਿਹੜਾ ਸੀ ਬੈਰਾਗੀ ਸਾਧੂ ਬਣ ਗਿਆ। ਦੇਖੋ ਕਿਵੇਂ ਜੀਵਨ ਬਦਲਦਾ ਹੈ। ਜਾ ਸੁਖ, ਇੱਥੇ ਸਤਿਗੁਰੂ ਕਹਿ ਲਗੇ ਸੁਖ ਰੋਗ ਪਿਆ। ਰਾਜਪੁੱਤਰ ਸੀ, ਬੜਾ ਸੁਖ ਸੀ, ਤੀਰ ਅੰਦਾਜ਼ੀ ਕਰਦਾ ਸੀ, ਸ਼ਿਕਾਰ ਖੇਡਦਾ ਸੀ। ਉਸ ਜਦੋਂ ਅੱਖਾਂ ਦੇ ਸਾਹਮਣੇ ਬੱਚੇ ਮਰੇ, ਦੁੱਖ ਰੋਗ, ਦੁੱਖ दारू ਬਣ ਗਿਆ। ਹੁਣ ਉਹ ਤੋਂ ਜਿਹੜਾ ਸੀ ਉਦਾਸ ਮਨ ਹੋ ਗਿਆ, ਮਨਾ ਤੂੰ ਪਾਪ ਕਰ ਦਿੱਤਾ, ਦੁੱਖ ਆ ਗਿਆ। ਉਹ ਦੁੱਖ ਨੇ ਦਵਾਈ ਬਣਾ ਦਿੱਤੀ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜਿਆ। ਮਾਧੋ ਦਾਸ ਤੋਂ ਬੰਦਾ ਸਿੰਘ ਬਹਾਦਰ ਬਣਿਆ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਦੇ ਕੇ ਤੇ ਇਹਨੂੰ ਜਿਹੜਾ ਸੀ 5 ਤੀਰ ਤੇ ਜਥਾ ਦੇ ਕੇ, ਨਗਾਰਾ ਝੰਡਾ ਦੇ ਕੇ ਤੇ ਪੰਜਾਬ ਵੱਲ ਨੂੰ ਤੋਰ ਦਿੱਤਾ। ਸਾਰਾ ਕੁਝ ਜਿੱਤ ਲਿਆ। ਅਖੀਰ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੀ ਕੜੀ ਦੇ ਵਿੱਚ 750 ਸਾਥੀਆਂ ਸਮੇਤ ਗ੍ਰਿਫਤਾਰ ਹੋ ਜਾਂਦਾ ਹੈ। ਮੈਂ ਜਾ ਸੁਖ ਤਾਮ ਨਾ ਹੋਈ ਤੇ ਕੇਵਲ ਬੋਲਣਾ ਹੈ। ਇਹ ਪਿਛਲੀ ਹਿਸਟਰੀ ਸੀ। 750 ਜਿਹੜੇ ਨੇ ਉਹ ਸਾਥੀਆਂ ਨਾਲ ਗ੍ਰਿਫਤਾਰ ਹੋ ਜਾਂਦਾ ਹੈ। ਇੱਥੋਂ ਇਹਨਾਂ ਨੂੰ ਗੁਰਦਾਸ ਨੰਗਲ ਤੋਂ ਲਾਹੌਰ ਤੋਂ ਦਿੱਲੀ ਖੜਿਆ ਜਾਂਦਾ ਹੈ। ਫਰਖੁਸ਼ਿਆਰ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਜਿਸ ਵੇਲੇ ਫਰਖੁਸ਼ਿਆਰ ਦੇ ਹਵਾਲੇ ਕਰ ਦਿੱਤਾ ਗਿਆ ਨਾ, ਮੈਂ ਬੇਨਤੀ ਕਰਾਂ, ਇਹ ਹੁਣ ਉਹ ਬੈਰਾਗੀ ਨਹੀਂ ਸੀ ਜਿਹੜਾ ਹਿਰਨੀ ਦੇ ਪੇਟ ਚੋਂ ਨਿਕਲੇ ਹੋਏ ਬੱਚਿਆਂ ਨੂੰ ਵੇਖ ਕੇ ਤੜਫ ਜਾਂਦਾ। ਇਹ ਗੁਰੂ ਦਾ ਬੰਦਾ ਬਣ ਚੁੱਕਾ ਸੀ। ਦੁੱਖ ਦੇ ਵਿੱਚੋਂ ਜਿਸ ਵੇਲੇ ਗੁਰੂ ਨੇ ਨਾਮ ਦਾ ਜਲ ਦੇ ਕੇ ਸੁੱਖ ਕੱਢਿਆ, ਅੱਜ ਇੰਨਾ ਕੁ ਜ਼ਿਆਦਾ ਸੁੱਖ ਆ ਗਿਆ, ਹੁਣ ਇਹਨੂੰ ਫਰਖੁਸ਼ਿਆਰ, ਇਹਨੂੰ ਜ਼ਾਲਮ ਜਿਹੜੇ ਨੇ ਉਹ ਦੁੱਖ ਦੇਣ ਦਾ ਯਤਨ ਕਰਦੇ ਨੇ। ਮੇਰੇ ਸਤਿਗੁਰੂ ਕਹਿ ਲਗੇ ਤਾਮ ਨਾ ਹੋਈ, ਹੁਣ ਇਹਨੂੰ ਦੁੱਖ ਅੰਦਰ ਨੂੰ ਪਾਉਂਦੇ ਕੋਈ ਨਹੀਂ। ਇਹ ਇਸੇ ਜਥੇ ਦੇ ਵਿੱਚ ਕਈ ਜਿਹੜੇ ਨੇ ਉਹ ਰਸਤੇ ਦੇ ਵਿੱਚੋਂ ਫੜ ਕੇ ਸਿੱਖ ਇਕੱਠੇ ਕੀਤੇ ਗਏ। ਇਹ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਰੋਜ਼ ਦੇ ਸੈਂਕੜੇ ਸਿੱਖ ਸ਼ਹੀਦ ਕਰਨ ਲੱਗੇ। ਇਹਨਾਂ ਦੇ ਵਿੱਚ ਇੱਕ ਇਤਿਹਾਸ 'ਚ ਸਾਖੀ ਆਉਂਦੀ ਹੈ। ਇੱਕ ਮਾਈ, ਉਹਦਾ ਕੱਲਾ ਪੁੱਤਰ ਹੈ, ਮਾਈ ਵਿਧਵਾ ਹੈ, ਉਹਨੂੰ ਸੀ ਮੇਰੇ ਬੁਢੇਪੇ ਦੀ ਡਗੋਰੀ ਹੈ। ਉਹਨੇ ਮਨ 'ਚ ਸੋਚਿਆ ਮਨਾ ਬੱਚੇ ਨੂੰ ਬਚਾ ਲਾ। ਉਹ ਕਿਸੇ ਤਰੀਕੇ ਦੇ ਨਾਲ ਫਰਖੁਸ਼ਿਆਰ ਦੇ ਕੋਲ ਪਹੁੰਚੀ। ਯਾਦ ਰੱਖਿਓ, ਜਾ ਸੁਖ ਤਾਮ ਨਾ ਹੋਈ। ਗੁਰੂ ਦੇ ਨਾਲ, ਚਰਨਾਂ ਦੇ ਨਾਲ ਜਦੋਂ ਸੁੱਖ ਜੋ ਮਨੁੱਖ ਜੋੜਦਾ ਹੈ, ਉਹ 'ਚੋਂ ਨਿਕਲਿਆ ਹੋਇਆ ਸੁੱਖ ਕਦੀ ਦੁੱਖ ਨੂੰ ਨਹੀਂ ਪਾਉਣ ਦਿੰਦਾ। ਇਹ ਮਾਈ ਫਰਖੁਸ਼ਿਆਰ ਦੇ ਕੋਲ ਗਈ, ਕਹਿਣ ਲੱਗੀ ਇਹ ਮੇਰਾ ਪੁੱਤ ਸਿੱਖ ਨਹੀਂ ਹੈ, ਮੇਰਾ ਬੱਚਾ ਸਿੱਖ ਨਹੀਂ ਹੈ, ਇਹ ਗਲਤੀ ਦੇ ਨਾਲ ਤੁਹਾਡੇ ਬੰਦਿਆਂ ਨੇ ਫੜ ਕੇ ਲਿਆਂਦਾ, ਇਹਨੂੰ ਛੱਡ ਦਿਓ। ਤੇ ਫਰਖੁਸ਼ਿਆਰ ਤੇ ਇਹ ਪਹਿਲਾਂ ਹੀ ਚਾਹੁੰਦਾ ਸੀ ਕੋਈ ਆਣ ਕੇ ਕਹਿ ਦੇਵੇ ਮੈਂ ਸਿੱਖ ਨਹੀਂ ਹਾਂ, ਮੈਂ ਜਿੱਤ ਜਾਵਾਂਗਾ, ਸਿੱਖ ਹਾਰ ਜਾਣਗੇ, ਕਿਉਂਕਿ ਉਦੋਂ ਅਣਖ ਦੀ ਗੱਲ ਸੀ। ਬੱਚੇ ਨੂੰ ਲਿਆਂਦਾ ਗਿਆ, ਕਹਿਣ ਲੱਗੇ ਤੈਨੂੰ ਛੱਡ ਦਿੱਤਾ ਗਿਆ ਹੈ। ਉਸ ਵੇਲੇ ਜਿਹੜੇ ਸਿੰਘ ਸਨ ਨਾ, ਉਹਨਾਂ ਦੇ ਇਹ ਰੋਜ਼ ਦੇ 100ਵਾਂ ਦੇ ਹਿਸਾਬ ਦੇ ਨਾਲ ਸੀਸ ਧੜ ਤੋਂ ਅਲੱਗ ਕੀਤੇ ਜਾਂਦੇ ਸਨ। ਤੇ ਜਿਹੜਾ ਜ਼ਾਲਮ ਇਹ ਸੀਸ ਲਾਉਂਦਾ ਸੀ ਨਾ, ਉਹਨੂੰ ਮੁਕਤੀ ਦਾਤਾ ਸਿੰਘ ਉਹਨਾਂ ਸਮਿਆਂ 'ਚ ਕਹਿੰਦੇ ਸਨ, ਤੂੰ ਮੁਕਤੀ ਦਾਤਾ ਹੈ, ਤੂੰ ਸਾਨੂੰ ਸ਼ਹੀਦ ਕਰਦਾ ਤੇ ਅਸੀਂ ਗੁਰੂ ਕਲਗੀਧਰ ਦੀ ਗੋਦ ਦੇ ਵਿੱਚ ਚਲੇ ਜਾਵਾਂਗੇ, ਅਸੀਂ ਗੁਰੂ ਦਰ ਤੇ ਪ੍ਰਵਾਨ ਹੋ ਜਾਵਾਂਗੇ। ਇਹ ਬੱਚੇ ਨੂੰ ਛੱਡ ਦਿੱਤਾ ਗਿਆ। ਫਰਖੁਸ਼ਿਆਰ ਨੇ ਕਿਹਾ, ਕਹਿਣ ਲੱਗਾ ਤੂੰ ਖੁਸ਼ਕਿਸਮਤ ਹੈ, ਤੈਨੂੰ ਬਖਸ਼ ਦਿੱਤਾ ਗਿਆ, ਤੂੰ ਸਿੱਖ ਨਹੀਂ। ਉਹ ਕਹਿਣ ਲੱਗਾ ਮੈਂ ਬਦਕਿਸਮਤ ਹਾਂ, ਮੈਨੂੰ ਬਖਸ਼ ਦਿੱਤਾ ਗਿਆ ਹੈ। ਇਹ ਮਾਂ ਮੇਰੀ ਝੂਠ ਬੋਲਦੀ ਪਈ ਹੈ, ਮੈਂ ਸਿੱਖ ਹਾਂ, ਸਭ ਤੋਂ ਪਹਿਲਾਂ ਮੈਨੂੰ ਸ਼ਹੀਦ ਕਰੋ। ਇਹਦੀ ਵਾਰੀ ਸੀ। ਮਾਂ ਕਰਲਾਉਂਦੀ ਰਹੀ, ਕਹਿੰਦੀ ਇਹ ਸਿੱਖ ਨਹੀਂ ਹੈ। ਪੁੱਤ ਕਹਿੰਦਾ ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਸਿੱਖ ਹਾਂ, ਕਿਉਂਕਿ ਸਿੱਖਾਂ ਨੂੰ ਸ਼ਹਾਦਤ ਦੇ ਨਾਲੋਂ ਗੁਰੂ ਪਿਆਰਾ ਸੀ। ਜਾ ਸੁਖ ਤਾਮ ਨਾ ਹੋਈ, ਸੁੱਖ ਦੇ ਵਿੱਚੋਂ ਨਿਕਲਿਆ ਹੋਇਆ, ਗੁਰਮੁਖੋ ਬਾਣੀ 'ਚੋਂ ਨਿਕਲਿਆ ਹੋਇਆ ਸੁੱਖ ਕਦੀ ਦੁੱਖ ਨੂੰ ਨਹੀਂ ਪਾਉਣ ਦਿੰਦਾ। ਆਖਰ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ, ਬਾਬਾ ਬੰਦਾ ਸਿੰਘ ਬਹਾਦਰ ਨੂੰ ਬਿਠਾ ਦਿੱਤਾ ਗਿਆ ਪਿੰਜਰੇ ਦੇ ਵਿੱਚੋਂ। ਜਿਵੇਂ ਸ਼ੇਰ ਕੱਢਿਆ ਜਾਂਦਾ ਹੈ, ਬਾਬਾ ਬੰਦਾ ਸਿੰਘ ਬਹਾਦਰ ਨੂੰ ਜਕੜਿਆ ਹੋਇਆ ਸੀ, ਕੱਢ ਕੇ ਬਾਹਰ ਲਿਆਂਦਾ। ਇਹਨਾਂ ਦੀ ਗੋਦ ਦੇ ਵਿੱਚ 4 ਸਾਲ ਦਾ ਹੀਰੇ ਵਰਗਾ ਪੁੱਤ ਸੀ। ਰੱਬ ਨੇ ਸੁਹੱਪਣ ਬੜਾ ਦਿੱਤਾ ਸੀ ਉਹਨੂੰ, ਇਹ ਜਿਹੜਾ ਸੀ ਗੋਦ ਦੇ ਵਿੱਚ ਲਿਆ ਕੇ ਬਿਠਾ ਦਿੱਤਾ ਗਿਆ। ਜ਼ਾਲਮ ਨੇ ਲਿਆ ਕੇ ਖੰਜਰ ਦਿੱਤਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਪਹਿਲੀ ਗੱਲ ਈਨ ਕਬੂਲ ਕਰ ਲਾ। ਬਾਬਾ ਸਾਹਿਬ ਕਹਿਣ ਲੱਗੇ ਇਹ ਗੱਲ ਨੂੰ ਭੁੱਲ ਜਾ, ਈਨ ਕਬੂਲ ਨਹੀਂ ਕੀਤੀ ਜਾਵੇਗੀ। ਕਹਿਣ ਲੱਗਾ ਦੂਜੀ ਗੱਲ, ਆ ਖੰਜਰ ਚੁੱਕ, ਆਪਣੇ ਪੁੱਤਰ ਦਾ ਜਿਹੜਾ ਸੀਨਾ ਪਾੜ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਹਾਂ, ਗੁਰੂ ਗੋਬਿੰਦ ਸਿੰਘ ਦਾ ਸਿੱਖ ਬੱਚੇ ਦੇ ਉੱਤੇ ਕਦੀ ਵਾਰ ਨਹੀਂ ਕਰਦਾ, ਇਹ ਤੇ ਮੇਰਾ ਆਪਣਾ ਖੂਨ ਹੈ, ਜੇ ਤੇਰਾ ਪੁੱਤਰ ਵੀ ਮੇਰੀ ਗੋਦ ਦੇ ਵਿੱਚ ਹੁੰਦਾ ਮੈਂ ਕਦੀ ਉਹਦੇ ਤੇ ਵੀ ਵਾਰ ਨਾ ਕਰਦਾ। ਜ਼ਾਲਮ ਨੇ ਜਦੋਂ ਇਹ ਗੱਲ ਸੁਣੀ, ਉਹਨੇ ਖੰਜਰ ਫੜਿਆ, ਆਪਣੇ ਹੱਥੀ 4 ਸਾਲ ਦੇ ਪੁੱਤ ਦੇ ਹਿੱਕ ਦੇ ਵਿੱਚ ਖੰਜਰ ਠੋਕਿਆ, ਚੀਰ ਦਿੱਤਾ ਸੀਨੇ ਨੂੰ ਫੜ ਕੇ। ਤੜਫਦਾ ਹੋਇਆ ਦਿਲ ਇਸ 4 ਸਾਲ ਦੇ ਲਾਡਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਤੁੰਨ ਦਿੱਤਾ। ਜਿਸ ਵੇਲੇ ਮੂੰਹ ਦੇ ਵਿੱਚ ਦਿਲ ਤੁੰਨਿਆ ਤੇ ਕਹਿਣ ਲੱਗੇ ਤੈਨੂੰ ਹੁਣ ਸ਼ਹਾਦਤ ਦਾ ਸਵਾਦ ਆ ਗਿਆ। ਇਹ ਕੀ ਹੈ?
ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਜਿਵੇਂ ਇੱਕ ਨੌਜਵਾਨ ਲਾੜੀ ਨੂੰ ਵਿਆਹ ਨੂੰ ਜੰਮਦਾ ਹੈ, ਉਹਦੇ ਜਾਣ ਤੋਂ ਪਹਿਲਾਂ ਘੋੜੀ ਚੜਨ ਤੋਂ ਪਹਿਲਾਂ ਮੂੰਹ ਮਿੱਠਾ ਕਰਾਇਆ ਜਾਂਦਾ ਹੈ। ਮੈਂ ਲਾੜੀ ਮੌਤ ਨੂੰ ਵਿਆਹ ਚੱਲਿਆ, ਸ਼ਹਾਦਤ ਪ੍ਰਾਪਤ ਕਰਨ ਚੱਲਿਆ, ਮੈਨੂੰ ਮੇਰੇ ਪੁੱਤ ਦੇ ਕਲੇਜੇ ਦੇ ਨਾਲ ਮੇਰਾ ਮੂੰਹ ਮਿੱਠਾ ਕਰਾਇਆ ਗਿਆ ਹੈ। ਆਖਰ ਜ਼ਾਲਮਾਂ ਨੇ ਇੱਥੇ ਬੱਸ ਨਹੀਂ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਦੀ ਪਹਿਲਾਂ ਸੱਜੀ ਅੱਖ ਕੱਢੀ, ਬਾਅਦ 'ਚ ਖੱਬੀ ਅੱਖ ਕੱਢ ਦਿੱਤੀ। ਖੱਬਾ ਪੱਟ ਵੱਢਿਆ, ਬਾਅਦ ਦੇ ਵਿੱਚ ਸੱਜਾ ਪੱਟ ਵੱਢ ਦਿੱਤਾ। ਕੁਝ ਨੇ ਇੱਥੋਂ ਤੱਕ ਲਿਖਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਫੜ ਕੇ ਜ਼ੁਬਾਨ ਵੱਢ ਦਿੱਤੀ ਗਈ। ਆਖਰ ਲਾਲ ਕਰਕੇ ਜਮੂਰ, ਜਮੂਰ ਸਮਝਦੇ ਨਾ, ਪਿੰਡਾਂ ਦੇ ਵਿੱਚ ਹੁੰਦਾ ਹੈ ਇਹ, ਲਾਲ ਕਰਕੇ ਜਮੂਰ, ਉਹਦੇ ਨਾਲ ਬੋਟੀ ਬੋਟੀ ਮਾਸ ਦੀ ਨੋਚ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ। ਸਿੱਖ ਕੌਮ ਦਾ ਪਹਿਲਾ ਬਾਦਸ਼ਾਹ ਸੀ ਤੇ ਮਾਣ ਹੋਣਾ ਚਾਹੀਦਾ ਸਾਨੂੰ ਇਹੋ ਜਿਹੇ ਬਾਦਸ਼ਾਹ ਦੇ ਉੱਤੇ। ਗੁਰੂ ਦੀ ਬਾਣੀ ਦੇ ਵਿੱਚੋਂ ਇਹੋ ਜਿਹਾ ਗੁਰਮੁਖੋ ਸੁੱਖ ਨਿਕਲਿਆ। ਜਮੂਰਾਂ ਦੇ ਨਾਲ ਤੇ ਮਾਸ ਨੋਚ ਦਿੱਤਾ ਗਿਆ। 4 ਸਾਲ ਦੇ ਪੁੱਤ ਦਾ ਕਲੇਜਾ ਦੇ ਮੂੰਹ ਦੇ ਵਿੱਚ ਪਾਲਿਆ, ਪਰ ਇਸ ਗੁਰੂ ਦੇ ਲਾਡਲੇ ਨੇ ਸੀ ਨਹੀਂ ਸੀ ਕਦੀ ਕੀਤੀ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ ਜਾ ਸੁਖ ਤਾਮ ਨਾ ਹੋਈ, ਕਹਿਣ ਲੱਗੇ ਸਿੱਖਾ ਇਹੋ ਜਿਹਾ ਜੀਵਨ ਤੈਨੂੰ ਦੇ ਦੇਵਾਂਗਾ, ਤੇਰੇ ਵਾਸਤੇ ਸੁਖ ਰੋਗ ਨੇ। ਜਦੋਂ ਰੋਗ ਜਿਹੜੇ ਨੇ ਦੁੱਖ ਰੋਗ ਬਣ ਗਏ, ਉਹ ਦਵਾਈ ਬਣ ਕੇ ਤੇਰੇ ਕੋ ਆਉਣਗੇ। ਜਦੋਂ ਗੁਰੂ ਦੀ ਬਾਣੀ ਦੇ ਨਾਲ ਜੁੜੇਗਾ, ਇਹੋ ਜਿਹਾ ਜੀਵਨ ਤੈਨੂੰ ਦੇ ਦੇਵਾਂਗਾ। ਤੇਰਾ ਬੰਦ ਕੱਟਿਆ ਜਾ ਸਕਦਾ ਹੈ, ਖੋਪਰੀਆਂ ਲੱਥ ਸਕਦੀਆਂ ਨੇ, ਚਰਖੜੀਆਂ ਤੇ ਚੜ ਸਕਦਾ ਹੈ, ਜਮੂਰਾਂ ਨਾਲ ਮਾਸ ਤੇ ਨੋਚਿਆ ਜਾ ਸਕਦਾ ਹੈ, ਪਰ ਜੇ ਰੂਹਾਨੀਅਤ ਸੁੱਖ ਆ ਗਿਆ ਤੈਨੂੰ ਦੁਨਿਆਵੀ ਦੁੱਖ ਪਵੇਗਾ ਨਹੀਂ। ਜਾ ਸੁਖ ਤਾਮ ਨਾ ਹੋਈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਬਚਨ ਕਹਿਣ ਲੱਗੇ ਦੁੱਖ ਦਾਰੂ ਸੁਖ ਰੋਗ ਭਇਆ। ਕਹਿੰਦੇ ਦੁੱਖ ਆਇਆ ਉਹ ਦਵਾਈ ਬਣ ਗਿਆ। ਕਦੋਂ? ਜਦੋਂ ਸੁਖ ਰੋਗ ਬਣ ਗਏ। ਦੁੱਖ ਦਾਰੂ ਸੁਖ ਰੋਗ ਭਇਆ ਜਾ ਸੁਖ, ਇਹ ਉਹ ਸੁਖ ਹੈ ਜਿਹੜਾ ਸਿਮਰਨ ਦੇ ਵਿੱਚੋਂ ਨਿਕਲਿਆ ਹੈ। ਇਹ ਉਹ ਸੁਖ ਹੈ ਜਿਹੜਾ ਬਿਮਾਰੀ ਦੀ ਦਵਾਈ ਖਾ ਕੇ ਮਨੁੱਖ ਨੂੰ ਤੰਦਰੁਸਤੀ ਮਿਲਦੀ ਹੈ। ਇਹ ਉਹ ਸੁੱਖ ਹੈ ਜਿਹੜਾ ਨਾਮ ਜਪ ਕੇ ਗੁਰੂ ਦੇ ਸ਼ਬਦ ਦੇ ਵਿੱਚੋਂ ਨਿਕਲਿਆ। ਦੁੱਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ। ਸਤਿਗੁਰੂ ਕਹਿੰਦੇ ਉਹਦੇ ਵਿੱਚ ਇਹੋ ਜਿਹਾ ਆਨੰਦ ਹੈ, ਕਦੀ ਦੁੱਖ ਨਹੀਂ ਆਉਂਦਾ। ਇੱਕ ਉਦਾਹਰਨ ਮੈਂ ਤੁਹਾਨੂੰ ਹੋਰ ਦੇਣੀ ਚਾਹੁੰਦਾ। ਮੀਰ ਮੰਨੂ ਦੀਆਂ ਜੇਲ੍ਹਾਂ ਦੇ ਵਿੱਚ, ਪੱਟੀ ਦੀਆਂ ਜੇਲ੍ਹਾਂ ਦੇ ਵਿੱਚ ਸਾਡੀਆਂ ਮਾਵਾਂ ਨੇ ਸਵਾ ਮਨ ਦੇ ਪੀਸੇ। ਇਹ ਕਾਫੀ ਸਮਾਂ ਪਹਿਲਾਂ ਮੈਂ ਸਾਂਝੀ ਕੀਤੀ ਸੀ। ਜਿਸ ਵੇਲੇ ਸਵਾ ਮਨ ਦੇ ਪੀਸੇ ਰੋਜ਼ ਇਹਨਾਂ ਨੂੰ ਦੁਖੀ ਕੀਤਾ ਜਾਂਦਾ ਹੈ। ਇਹ ਚੱਪਾ ਪ੍ਰਸ਼ਾਦਾ ਛਕਣ ਨੂੰ ਦਿੱਤਾ ਜਾਂਦਾ ਹੈ। ਮੀਰ ਮੰਨੂ ਆਖਰ ਹਾਰ ਗਿਆ, ਥੱਕ ਗਿਆ। ਇਹ ਇੰਨੇ ਕੁ ਸਾਡੀਆਂ ਮਾਵਾਂ ਦੇ ਜੀਰੇ ਹੁੰਦੇ ਨੇ ਨਾ, ਮੈਂ ਇਹ ਸੱਚੀ ਗੱਲ ਮੈਂ ਕਾਫੀ ਸਮਾਂ ਪਹਿਲਾਂ ਵੀ ਕਿਹਾ ਸੀ, ਉਹ ਸਾਡੇ ਖੂਨ ਦੀ ਤਸੀਰ ਹੀ ਇਹੋ ਜਿਹੀ ਹੈ। ਸਿੱਖ ਵੱਢਿਆ ਵੀ ਜਾਵੇ ਤੇ ਵੱਢਿਆ ਵੀ ਜਿਹੜਾ ਹੈ ਉਹ ਵੜਦਾ ਕਈਆਂ ਨੂੰ ਮਕਾ ਕੇ ਤੇ ਫਿਰ ਸ਼ਹਾਦਤ ਦਾ ਜਾਮ ਪੀਂਦਾ। ਬਾਬਾ ਦੀਪ ਸਿੰਘ ਦੀ ਉਦਾਹਰਨ ਤੁਹਾਡੇ ਸਾਹਮਣੇ। ਸੀਸ ਲੱਥ ਗਿਆ ਬਾਬੇ ਦਾ, ਪਰ ਲੱਥਿਆ ਹੋਇਆ ਸੀਸ ਵੀ ਜ਼ਾਲਮ ਦੇ ਟੋਟੇ ਕਰਦਾ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਦਾ। ਇਹ ਤਸੀਰ ਹੈ ਸਾਡੇ ਅੰਦਰ, ਸਾਡੀਆਂ ਮਾਵਾਂ ਦੇ ਖੂਨ ਦੇ ਵਿੱਚ, ਦੁੱਧ ਦੇ ਵਿੱਚ ਇਹੋ ਜਿਹੀ ਤਸੀਰ ਸੀ। ਇਹਨਾਂ ਨੇ ਐੜੇ ਬਹਾਦਰਾਂ ਨੂੰ, ਸੂਰਮਿਆਂ ਨੂੰ ਜਨਮ ਦੇ ਕੇ ਰੱਖ ਦਿੱਤਾ। ਤਾਈਓ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਆਖਰ ਉਹਨਾਂ ਮਾਵਾਂ ਦੇ ਪੁੱਤਰਾਂ ਨੂੰ, ਬੱਚਿਆਂ ਨੂੰ ਟੋਟੇ ਕੀਤਾ ਜਾਂਦਾ ਹੈ। ਇਹਨਾਂ ਦੇ ਅੱਖਾਂ ਦੇ ਵਿੱਚ ਜਿਹੜਾ ਅਥਰੂ ਨਹੀਂ, ਗੁਰੂ ਦੀ ਬਾਣੀ ਪੜ੍ਹਦੀਆਂ ਨੇ ਤੇ ਬਾਣੀ ਦੇ ਨਾਲ ਅੰਦਰ ਖੇੜਾ ਬਣਿਆ ਹੈ। ਮੀਰ ਮੰਨੂ ਕਲਪ ਗਿਆ। ਇਹਨੇ ਕੀ ਕੀਤਾ? ਕਹਿੰਦਾ ਜੇ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਇਹ ਮਾਵਾਂ ਰੋਂਦੀਆਂ ਨਹੀਂ ਤੇ ਲਾਹਨਤ ਹੈ ਸਾਡੀਆਂ ਇਹਨਾਂ ਜੇਲ੍ਹਾਂ ਦੇ ਉੱਤੇ, ਸਾਡੇ ਤਸੀਆਂ ਦੇ ਉੱਤੇ। ਇਹਨੇ ਕੀ ਕੀਤਾ ਜੀ? ਇੱਕ ਬੱਚਾ ਦੁੱਧ ਚੁੰਗਦਾ ਮਾਂ ਦੀ ਗੋਦ ਦੇ ਵਿੱਚੋਂ ਲਿਆ, ਛੋਟਾ ਬੱਚਾ ਹੈ। ਉਹ ਬੱਚੇ ਨੂੰ ਜ਼ਾਲਮ ਨੇ ਫੜਿਆ, ਉਹਦੀ ਹਿੱਕ ਦੇ ਵਿੱਚ ਖੰਜਰ ਮਾਰਿਆ, ਖੰਜਰ ਮਾਰ ਕੇ ਉਹਦੀਆਂ ਆਂਦਰਾਂ ਬਾਹਰ ਕੱਢ ਦਿੱਤੀਆਂ। ਬੱਚੇ ਨੂੰ ਤਾਂ ਸੁੱਟਿਆ, ਨੇਜੇ ਤੇ ਟੰਗਿਆ, ਨੇਜੇ ਦੇ ਵਿੱਚ ਪਰੋ ਦਿੱਤਾ, ਕਿਰਪਾਨ ਫੜੀ, ਟੁਕੜੇ ਕਰ ਦਿੱਤੇ। ਜਿਸ ਵੇਲੇ ਟੁਕੜੇ ਕੀਤੇ, ਆਂਦਰਾਂ ਕੱਢ ਕੇ ਤੇ ਇਹਦਾ ਹਾਰ ਬਣਾ ਦਿੱਤਾ। ਆਂਦਰਾਂ ਦੇ ਨਾਲ ਆਂਦਰਾਂ ਦਾ ਹਾਰ ਬਣਾਇਆ ਤੇ ਮਾਂ ਦੇ ਗਲ ਦੇ ਵਿੱਚ ਪਾ ਦਿੱਤਾ। ਜਿਸ ਵੇਲੇ ਮਾਂ ਦੇ ਗਲ ਦੇ ਵਿੱਚ ਪੁੱਤ ਦੇ ਟੁਕੜਿਆਂ ਦਾ ਹਾਰ ਸੀ, ਉਹ ਕੁਦਰਤੀ ਤੌਰ ਤੇ ਉਸ ਦਿਨ ਮਾਂ ਦੀ ਜਿਹੜੀ ਸੀ ਰਹਿ ਰਾਸ ਦੀ ਵਾਰੀ ਸੀ। ਬੀਬੀਆਂ ਜਿਹੜੀਆਂ ਸਨ ਸੰਗਤੀ ਰੂਪ ਚ ਬਾਣੀ ਪੜ੍ਹਦੀਆਂ ਸਨ, ਰਹਿ ਰਾਸ ਦੀ ਵਾਰੀ ਸੀ। ਉਹਨੇ ਰਹਿ ਰਾਸ ਦਾ ਪਾਠ ਕੀਤਾ। ਅਰਦਾਸ ਪਤਾ ਕੀ ਕੀਤੀ? ਕਹਿਣ ਲੱਗੀ ਪਾਤਸ਼ਾਹ ਤੇਰੇ ਭਾਣੇ ਦੇ ਵਿੱਚ ਦਿਨ ਸੁੱਖਾਂ ਦਾ ਬਤੀਤ ਹੋਇਆ, ਰਹਿਣ ਆਈਏ ਸੁੱਖਾਂ ਨਾਲ ਬਤੀਤ ਕਰੀਂ। ਮਾਂ ਅਡੋਲ ਸੀ, ਗਲ ਦੇ ਵਿੱਚ ਬੱਚੇ ਦੇ ਟੁਕੜਿਆਂ ਦਾ ਹਾਰ ਹੈ। ਬਾਹਰ ਖਲੋਤੇ ਹੋਈ ਸਿਪਾਹੀਆਂ ਦੀਆਂ ਧਾਹਾਂ ਨਿਕਲੀਆਂ, ਜਾ ਕੇ ਮੀਰ ਮੰਨੂ ਨੂੰ ਕਹਿ ਦਿੱਤਾ। ਕਹਿ ਲਗੇ ਜਿਹਦੇ ਗਲ ਦੇ ਵਿੱਚ ਤੂੰ ਟੁਕੜੇ ਕਰਕੇ ਬੱਚੇ ਦਾ ਹਾਰ ਪਵਾਇਆ ਹੈ, ਉਹ ਕਹਿੰਦੀ ਹੈ ਦਿਨ ਸੁੱਖਾਂ ਦੇ ਨਾਲ ਨਿਕਲਿਆ, ਤੂੰ ਇਹਨਾਂ ਨੂੰ ਛੱਡ ਦੇ, ਭਾਵੇਂ ਵੜ ਦੇ, ਇਸ ਕੌਮ ਵਾਸਤੇ ਦੁੱਖ ਦਾ ਦਿਨ ਬਣਿਆ ਹੀ ਕੋਈ ਨਹੀਂ ਹੈ। ਆ ਸਾਡਾ ਇਤਿਹਾਸ ਹੈ ਜਿਹੜਾ ਬਾਣੀ ਦੇ ਵਿੱਚੋਂ ਜੀਵਨ ਨਿਕਲਦਾ। ਸਾਨੂੰ ਮਾਣ ਹੋਣਾ ਚਾਹੀਦਾ। ਸਤਿਗੁਰੂ ਕਹਿੰਦੇ ਕਿ ਸੁੱਖ
रोग पया, जो दुनियावी सुख रोग बन गए तो गुरु दुख का दारू देंदा है, उस दवाई दे विचों जिहड़ा सुख निकलदा है ना, जां सुख ताम ना होई। मेरे सतगुरु गुरु नानक साहब कहंदे भल सिखा इहो जिहा सुख तैनूं मैं दे देवांगा, इहो जिहा जीवन दे देवांगा कि जिहदे विच तैनूं दुनियावी जिहड़ा वो दुख नहीं पवेगा। दुख दारू सुख रोग भया जा सुख ताम ना होई। अगे कह लगे तू करता, करता का अर्थ है बनाउण वाला। पातशाह जे ये तू नाम दे विचों निकलिया होया सुख दुख नहीं ना बनता, ਉਹਦਾ जीवन इन्ना क अडोल हो जाता ना तेरे सिख का, तो उस सिख नूं बनाउण वाला समुची कायनात नूं बनाउण वाला होर कोई नहीं, वो भी तू आप है। जे साडा एडा मान मता इतिहास है, इनू सिरजन वाला भी तू आप है। तू करता, वैसे करते दे अर्थ दे सारी कुदरत नूं साजन वाला। मैं थोड़ा जिहा अपने पक्ष नूं लै गया। जे साडा मान मता गुरमुखो इतिहास है ना, इनू भी सिरजन वाला परमात्मा आप ही है। तू करता, करना, करना का अर्थ जो कीता होया, करनहार सारा कुछ रचन वाला तू है। कह लगे तू करता करना मैं नाही, कहते मेरी विच क्षमता नहीं, सारा कुछ करन कराउण वाला तू है। कादी क्षमता नहीं? कह लगे जा हाँ करी, कहते मेरे विच ताकत नहीं कि मैं कुछ कर सकां। ये इस पंक्ति के अर्थ ध्यान नाल समझियो। सतगुरु कह लगे तू करता करना, ये पहली गल, ਇਹਦਾ पाठ करना नहीं करना, क्योंकि रह रास वेले ये शब्द पढ़िया जाता, कुछ गुटकियां दे विच आउंदा है। तू करता करना, ये नाना लगा है, नाने ना पाठ करना है। तू करता है, बनाउण वाला है, सारा कुछ पैदा करने वाला, करनहार है। तू करता करना मैं नाही, कह लगे मेरी क्षमता नहीं, मेरे च ताकत नहीं, करना तो विश्राम देना है। तू करता करना मैं नाही, की नहीं हैगा जा हाँ करी, कहते मेरे विच ताकत नहीं जे मैं कुछ कर सकां। जिहड़ा आपां परसों बचन भी वाचिया सी ना कि असां जोर नाही किश कर हम साकै, कहते साडे च काहदा जोर है प्रभु, जिवें भावै तिवें बख्श, जिवें तैनूं लगदा है तू उदा बख्शिश कर दे, साडे कोल कोई ताकत नहीं। तू करता करना मैं नाही जा हाँ करी, जे मैं कुछ कर भी सकदा होवां, जे मैं सोच भी लवां कि कुछ करां, सतगुरु कहते ना होई, कहते ये गल फबदी नहीं, मेरे को होना कुछ नहीं है। करन कराउण वाला तू है, तेरी कुदरत है, तू साजी हुई है, इनू साजन वाला, इनू बनाउण वाला सारा कुछ तू आप है। सो ये सी पहले श्लोक की विचार। ये इत्थे एक गल समझण वाली है, उत्ते हैडिंग इकट्ठा ही है, श्लोक महला पहला, पर श्लोक ये दो ने। तुसीं आसा दी वार दी 12वीं पौड़ी पढ़ोगे ना, ये 5 श्लोकों का जिक्र है, 5 ये अंक लिखे हुए हैं अखीर ते। ये पहला श्लोक इत्थों तक है, अगे बलिहारी कुदरत वसिया तेरा अंत ना जाई लिखा, ये इस शब्द के विच रहाओ है। ये दूसरा श्लोक है जिहड़ा कई बार असीं इकट्ठा पढ़ जाने, जात मह जोत जोत मह जाता अकल कला भरपूर है, उहदी विचार कल नूं कीती जावेगी। इन्नियां बेनतियां प्रवान, होईयां भुलां गलतियां दी खिमा। आओ पावन पंक्तियां दा जाप सरवण करके समाप्ति करिए। दुख दारू सुख रोग भया जा सुख ताम ना होई, तू करता करना मैं नाही जा हाँ करी ना होई। वाहिगुरु जी का खालसा वाहिगुरु जी